नमस्ते विद्यार्थियों, मैं राजविंदर कौर ईटीटी अध्यापका सरकारी प्राइमरी स्कूल समालसर मेन ब्लाक बाघा पुराना ਜ਼ਿਲ੍ਹਾ ਮੋਗਾ। मैं ਤੁਹਾਡੇ ਸਾਹਮਣੇ ਲੈ ਕੇ ਆਈ ਹਾਂ 5ਵੀਂ ਜਮਾਤ ਦਾ ਪਾਠ 13ਵਾਂ ਫੁਲਕਾਰੀ ਕਲਾ। ਆਓ ਪਾਠ ਪੜ੍ਹੀਏ। ਹਰਮੀਤ ਨੇ ਆਪਣੀ ਮਾਂ ਨੂੰ ਕਿਹਾ, ਮਾਂ ਜੀ ਮੈਨੂੰ ਵੀ ਇੱਕ ਫੁਲਕਾਰੀ ਦੇ ਦਿਓ। ਸ਼ਹਿਰ ਵਿੱਚ ਕਈ ਕੁੜੀਆਂ ਫੁਲਕਾਰੀ ਦੀਆਂ ਕਮੀਜ਼ਾਂ ਪਾਈ ਫਿਰਦੀਆਂ ਨੇ। ਸਾਡੀ ਅਧਿਆਪਕਾ ਦੇ ਘਰ ਤਾਂ ਪਰਦੇ ਵੀ ਫੁਲਕਾਰੀ ਦੇ ਲੱਗੇ ਹੋਏ ਹਨ। ਉਹ ਬਹੁਤ ਹੀ ਸੋਹਣੇ ਲੱਗਦੇ ਨੇ। ਲੈ ਰਹਿਣ ਦੇ, ਹੁਣ ਕਿੱਥੇ ਮੁੜ ਕੇ ਪੁਰਾਣਾ ਰਿਵਾਜ ਆ ਗਿਆ। ਹੁਣ ਤਾਂ ਫੁਲਕਾਰੀਆਂ ਉਹੀ ਮਨੋਂ ਵਸਾਰ ਦਿੱਤੀਆਂ ਨੇ। ਮਾਂ ਜੀ ਬੋਲੇ, ਨਹੀਂ ਨਹੀਂ ਮਾਂ ਜੀ, ਹੁਣ ਤਾਂ ਫੁਲਕਾਰੀ ਦੀ ਬਹੁਤ ਕਦਰ ਹੋ ਗਈ। ਬਾਹਰਲੇ ਦੇਸ਼ਾਂ ਵਿੱਚ ਵੀ ਇਹਨਾਂ ਦੀ ਬੜੀ ਮੰਗ ਹੋ ਗਈ ਹੈ। ਲਿਆਓ ਤੁਸੀਂ ਵੀ ਜੇ ਕੋਈ ਵੇਚਣੀ ਹੈ। ਮਾਂ ਜੀ ਨੇ ਕਿਹਾ, ਨਹੀਂ ਬਾਈ, ਮੈਂ ਨਹੀਂ ਵੇਚਣੀ। ਫੁਲਕਾਰੀ ਵੀ ਕਦੇ ਵੇਚੀ ਦੀ ਹੈ, ਇਹ ਤਾਂ ਮੈਂ ਤੇਰੇ ਵਿਆਹ ਵਿੱਚ ਦੇਵਾਂਗੀ। ਮੇਰੇ ਕੋਲੇ ਸੁੱਖੀ ਸਾਂਦੀ ਬਥੇਰੀਆਂ ਫੁਲਕਾਰੀਆਂ ਨੇ। ਨਾਲੇ ਫੁਲਕਾਰੀ ਸ਼ਗਨਾਂ ਦੀ ਚੀਜ਼ ਹੁੰਦੀ ਹੈ, ਫਿਰ ਸ਼ਗਨਾਂ ਦੀ ਚੀਜ਼ ਨਹੀਂ ਵੇਚੀ ਦੀ ਹੁੰਦੀ। ਉਂਝ ਜੇ ਤੇਰਾ ਜੀ ਕਰਦਾ ਤਾਂ ਲੈ ਜਾਵੀਂ ਇੱਕ ਟੂਲ ਦੀ ਫੁਲਕਾਰੀ ਕਮੀਜ਼ ਬਣਾਉਣ ਵਾਸਤੇ। ਹਰਮੀਤ ਨੇ ਮਾਂ ਜੀ ਨੂੰ ਕਿਹਾ, ਮੈਨੂੰ ਵੀ ਦਿਖਾ ਦਿਓ ਸਾਰੀਆਂ ਫੁਲਕਾਰੀਆਂ। ਮੈਨੂੰ ਜਿਹੜੀ ਸੋਹਣੀ ਲੱਗੀ ਲੈ ਲਵਾਂਗੀ। ਮਾਂ ਜੀ ਸੰਦੂਖ ਵਿੱਚੋਂ ਫੁਲਕਾਰੀਆਂ ਕੱਢਣ ਅੰਦਰ ਸਬਾਤ ਵੱਲ ਚਲੇ ਗਏ। ਹਰਮੀਤ ਵੀ ਨਾਲ ਹੀ ਤੁਰ ਪਈ। ਮਾਂ ਜੀ ਨੇ ਸੰਦੂਖ ਖੋਲ੍ਹਿਆ। ਉਸ ਵਿੱਚ ਬਹੁਤ ਸਾਰੇ ਬਾਗ ਅਤੇ ਫੁਲਕਾਰੀਆਂ ਪਏ ਸਨ। ਹਰਮੀਤ ਨੇ ਹੈਰਾਨ ਜਿਹੇ ਹੁੰਦੇ ਪੁੱਛਿਆ, ਮਾਂ ਜੀ ਇਹ ਸਾਰੀਆਂ ਤੁਸੀਂ ਹੀ ਕੱਢੀਆਂ ਨੇ? ਹਾਂ ਧੀਏ, ਮੈਨੂੰ ਹੀ ਨੇ, ਕੁਝ ਤੇਰੀ ਨਾਨੀ ਦੇ ਹੱਥ ਦੀਆਂ ਨੇ। ਉਹ ਮੈਂ ਅਜੇ ਤੱਕ ਸਾਂਭ ਕੇ ਰੱਖੀਆਂ ਨੇ। ਕਹਿੰਦੇ ਕਹਿੰਦੇ ਮਾਂ ਜੀ ਸੰਦੂਖ ਵਿੱਚੋਂ ਫੁਲਕਾਰੀਆਂ ਕੱਢਣ ਲੱਗੇ। ਫੁਲਕਾਰੀਆਂ ਕੱਢ ਕੇ ਉਹ ਬੈਠਕ ਵਿੱਚ ਲੈ ਗਏ। ਫਿਰ ਉਹ ਕੱਲੀ ਕੱਲੀ ਫੁਲਕਾਰੀ ਬਾਰੇ ਹਰਮੀਤ ਨੂੰ ਦੱਸਣ ਲੱਗੇ। ਹਰਮੀਤ ਨੂੰ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਅਚੰਭਾ ਲੱਗਿਆ। ਉਹ ਬੜੇ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਵੀ ਰਹੀ ਸੀ ਤੇ ਵਿੱਚ ਵਿੱਚ ਮਾਂ ਤੋਂ ਕੁਝ ਸਵਾਲ ਵੀ ਪੁੱਛੀ ਜਾਂਦੀ ਸੀ। ਮਾਂ ਜੀ ਨੇ ਦੱਸਣਾ ਸ਼ੁਰੂ ਕੀਤਾ, ਦੇਖ ਸਭ ਤੋਂ ਪਹਿਲਾਂ ਤੈਨੂੰ ਮੈਂ ਬਾਗ ਦਿਖਾਉਂਦੀ ਹਾਂ। ਇਸ ਦੀ ਕਢਾਈ ਐਨੀ ਸੰਘਣੀ ਏ ਕਿ ਕੱਪੜਾ ਤਾਂ ਕਿਧਰੇ ਦਿਸਦਾ ਹੀ ਨਹੀਂ। ਆਮ ਫੁਲਕਾਰੀਆਂ ਵਿੱਚ ਇੰਨੀ ਸੰਘਣੀ ਕਢਾਈ ਨਹੀਂ ਹੁੰਦੀ। ਇਹ ਤਾਂ ਬਹੁਤ ਹੀ ਸੋਹਣਾ ਹੈ, ਸੱਚਮੁੱਚ ਹੀ ਬਾਗ ਵਾਂਗ ਹੈ। ਇੰਨੀ ਸੰਘਣੀ ਕਢਾਈ ਤਾਂ ਮੈਂ ਕਦੇ ਵੇਖੀ ਨਹੀਂ। ਫਿਰ ਹਰਮੀਤ ਨੇ ਇੱਕ ਹੋਰ ਫੁਲਕਾਰੀ ਚੁੱਕ ਕੇ ਮਾਂ ਜੀ ਤੋਂ ਪੁੱਛਿਆ, ਇਹ ਦੇਖੋ ਮਾਂ ਜੀ, ਇਸ ਫੁਲਕਾਰੀ ਨੂੰ ਕੀ ਕਹਿੰਦੇ ਨੇ? ਆ ਜਿਹਦੇ ਉੱਪਰ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਹੈ ਤੇ ਬਾਕੀ ਸਾਰੀ ਖਾਲੀ ਛੱਡੀ ਹੋਈ ਹੈ। ਇਹ ਘੁੰਗਟ ਬਾਗ ਹੈ। ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਕਢਾਈ ਕੀਤੀ ਹੁੰਦੀ ਹੈ। ਇਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾਂ ਚੂੜਾ ਚੜਾਉਣ ਵੇਲੇ ਇਹ ਕੁੜੀਆਂ ਉੱਤੇ ਦਿੱਤੀ ਜਾਂਦੀ ਸੀ। ਇਹ ਦੂਜੀ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖਾਸ ਗੁੰਝਲਦਾਰ ਤੋਪੇ ਨਾਲ ਹੁੰਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਹੈ। ਇਸ ਵਾਂਗ ਸੁੱਭਰ ਵੀ ਸ਼ਗਨਾਂ ਦਾ ਇੱਕ ਕੱਪੜਾ ਹੁੰਦਾ ਹੈ। ਇਹਨੂੰ ਲਾਵਾਂ ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਹੈ। ਵੇਖ, ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ। ਬਾਕੀ ਦਾ ਹਿੱਸਾ ਸਾਫ਼ ਹੈ। ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦੇ ਹੋਏ ਕਿਹਾ, ਮਾਂ ਜੀ ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ ਤੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ? ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ। ਨਾ ਨਾ, ਉਹ ਤਾਂ ਤਿਲ ਪੱਤਰਾ ਸੀ। ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ ਕੰਨੀਆਂ ਤੇ ਹੀ ਸੀ।
ਵਿਚਾਲੇ ਤਾਂ ਵਿਰਲੀ ਵਿਰਲੀ ਕਢਾਈ ਹੀ ਕੀਤੀ ਹੋਈ ਸੀ। ਫਿਰ ਇੱਕ ਹੋਰ ਫੁਲਕਾਰੀ ਦਿਖਾਉਂਦੇ ਹੋਏ ਮਾਂ ਜੀ ਬੋਲੇ, ਇਹ ਦੇਖ, ਇਹ ਨੀਲਕ ਹੈ। ਇਸ ਦੀ ਕਢਾਈ ਤਾਂ ਸਾਦੀ ਹੈ, ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ। ਮਾਂ ਜੀ, ਤੁਹਾਡੇ ਕੋਲ ਤਾਂ ਬਹੁਤ ਕਿਸਮਾਂ ਦੀਆਂ ਫੁਲਕਾਰੀਆਂ ਨੇ, ਭਲਾ ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ? ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ-ਛੋਟੇ ਸ਼ੀਸ਼ਿਆਂ ਦੇ ਟੁਕੜੇ ਜੜੇ ਹੁੰਦੇ ਹਨ। ਉਹਨੂੰ ਸ਼ਮਾਸ ਕਹਿੰਦੇ ਹਨ। ਉਹ ਬਹੁਤ ਸੋਹਣੀ ਲੱਗਦੀ ਹੈ। ਤੇਰੀ ਮਾਸੀ ਕੋਲ ਹੈ ਇੱਕ ਸ਼ਮਾਸ। ਜਦੋਂ ਕਦੇ ਉੱਥੇ ਗਈ ਤਾਂ ਵੇਖ ਆਵੀਂ। ਮਾਂ ਜੀ, ਇੰਨੀ ਕਢਾਈ ਹੱਥ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ। ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ। ਤਾਂ ਹੀ ਤਾਂ ਅੱਜ ਕੱਲ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਿਆ ਹੈ। ਕੱਢਿਆ ਕਢਾਇਆ ਜੋ ਮਿਲ ਜਾਂਦਾ ਸਭ ਕੁਝ। ਮਾਂ ਜੀ ਨੇ ਕਸੀਦੇ ਦੇ ਘਟ ਰਹੇ ਸ਼ੌਂਕ ਤੇ ਔਖੇ ਹੁੰਦਿਆਂ ਕਿਹਾ। ਫਿਰ ਥੋੜਾ ਜਿਹਾ ਰੁਕ ਕੇ ਕਹਿਣ ਲੱਗੇ, ਫੁਲਕਾਰੀਆਂ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ। ਅਸੀਂ ਸ਼ਹਿਰੋਂ ਕਈ ਰੰਗ ਦੇ ਪੱਟ ਮੰਗਵਾ ਲੈਂਦੀਆਂ, ਫਿਰ ਘਰ ਦੇ ਬੁਣੇ ਖੱਦਰਾਂ ਨੂੰ ਸੂਹਾ ਰੰਗ ਦੇ ਕੇ ਕਢਾਈ ਕਰਦੀਆਂ। ਕਢਾਈ ਦਾ ਚਾਅ ਇੰਨਾ ਹੁੰਦਾ ਸੀ ਕਿ ਤੜਕੇ ਹਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਕੂੜੇ ਦਾ ਕੰਮ ਮੁਕਾ ਛੱਡਣਾ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ ਕਢਾਈ ਕਰਨ। ਤੇਰੀ ਨਾਨੀ ਦਾ ਹੱਥ ਇੰਨਾ ਸਾਫ਼ ਸੀ ਕਿ ਉਸ ਦੇ ਕੱਢੇ ਬਾਗ ਤੇ ਫੁਲਕਾਰੀਆਂ ਦੀਆਂ ਘਰ ਘਰ ਗੱਲਾਂ ਹੁੰਦੀਆਂ ਸਨ। ਉਹ ਆਪ ਹੀ ਨਵੇਂ-ਨਵੇਂ ਨਮੂਨੇ ਕੱਢ ਲੈਂਦੀ ਸੀ। ਅਜੇ ਮਾਂ ਜੀ ਨੇ ਗੱਲ ਮੁਕਾਈ ਨਹੀਂ ਸੀ ਕਿ ਹਰਮੀਤ ਵਿੱਚੋਂ ਹੀ ਬੋਲ ਪਈ, ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਇੰਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਥੋਂ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ। ਬਸ ਤੱਕ ਨਾਲ ਹੀ ਹੈ। ਹੌਲੀ ਹੌਲੀ ਹੱਥ 'ਚ ਸਫਾਈ ਆ ਜਾਂਦੀ ਹੈ। ਫਿਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ, ਮਜ਼ਾਕ ਕਿਤੇ ਤੋਪਾ ਵੀ ਇੱਧਰ ਉੱਧਰ ਹੋ ਜਾਵੇ ਨਾ। ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ। ਮਾਂ ਜੀ ਨੇ ਦੱਸਿਆ। ਪੁੱਠੇ ਪਾਸੇ ਤੋਂ? ਉਹ ਕਿਵੇਂ ਮਾਂ ਜੀ? ਹਰਮੀਤ ਨੇ ਹੈਰਾਨ ਹੁੰਦੇ ਪੁੱਛਿਆ। ਇਹ ਕਦੇ ਫਿਰ ਦੱਸਾਂਗੀ, ਆਪੇ ਹੌਲੀ ਹੌਲੀ ਸਿੱਖ ਜਾਵੇਂਗੀ ਜੇ ਇੰਨਾ ਹੀ ਸ਼ੌਂਕ ਹੈ ਤਾਂ। ਹਾਂ ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ, ਹਰਮੀਤ ਚਾਅ ਨਾਲ ਬੋਲੀ। ਤੇ ਫਿਰ ਮਾਂ ਜੀ ਫੁਲਕਾਰੀਆਂ ਦੀਆਂ ਤਹਿਆਂ ਮਾਰਨ ਲੱਗ ਪਏ। ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ। ਲੈ, ਇਹ ਲੈ ਜਾਈਂ ਤੂੰ ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਹੋਏ ਉਹ ਫੁਲਕਾਰੀਆਂ ਅੰਦਰ ਸੰਦੂਖ ਵਿੱਚ ਰੱਖਣ ਚਲੀ ਗਈ। ਹੁਣ ਆਪਾਂ ਔਖੇ ਸ਼ਬਦਾਂ ਦੇ ਅਰਥ ਕਰਾਂਗੇ। ਪਹਿਲਾ ਸ਼ਬਦ ਹੈ ਵਿਸਾਰ। ਹਾਂਜੀ ਬੇਟਾ ਬਲਜਿੰਦਰ, ਦੱਸੋ ਇਸ ਦਾ ਉੱਤਰ ਕੀ ਹੈ? ਮੈਡਮ ਜੀ, ਇਸ ਦਾ ਉੱਤਰ ਹੈ ਭੁੱਲ। ਅਗਲਾ ਸ਼ਬਦ ਹੈ ਅਚੰਭਾ। ਹਾਂਜੀ ਬੇਟਾ ਜਸਪਾਲ, ਤੁਸੀਂ ਦੱਸੋ ਇਸ ਦਾ ਉੱਤਰ? ਮੈਡਮ ਜੀ, ਇਸ ਦਾ ਉੱਤਰ ਹੈ ਹੈਰਾਨ ਕਰਨ ਵਾਲਾ। ਅਗਲਾ ਦੱਸੋ ਪੁੱਤਰ, ਤੜਕੇ ਸ਼ਬਦ ਦਾ ਅਰਥ। ਹਾਂ ਏਕਮ ਬੇਟੇ, ਤੁਸੀਂ ਦੱਸੋ ਤੜਕੇ ਦਾ ਅਰਥ ਕੀ ਹੈ? ਮੈਡਮ ਜੀ, ਇਸ ਦਾ ਅਰਥ ਹੈ ਸਵੇਰਾ ਜਾਂ ਜਲਦੀ। ਬੱਚਿਓ, ਹੁਣ ਤੁਸੀਂ ਅਭਿਆਸ ਦੇ ਕੁਝ ਪ੍ਰਸ਼ਨਾਂ ਦੇ ਉੱਤਰ ਦਿਓਗੇ। ਪਹਿਲਾ ਪ੍ਰਸ਼ਨ ਹੈ, ਪੁਰਾਣੇ ਸਮਿਆਂ ਵਿੱਚ ਫੁਲਕਾਰੀ ਕਿਉਂ ਨਹੀਂ ਵੇਚੀ ਜਾਂਦੀ ਸੀ? ਮੈਡਮ ਜੀ, ਫੁਲਕਾਰੀ ਸ਼ਗਨਾਂ ਦੀ ਚੀਜ਼ ਹੈ, ਸ਼ਗਨਾਂ ਦੀ ਚੀਜ਼ ਵੇਚੀ ਨਹੀਂ ਜਾਂਦੀ। ਅਗਲਾ ਪ੍ਰਸ਼ਨ ਹੈ, ਜਿਸ ਫੁਲਕਾਰੀ ਵਿੱਚ ਕੱਪੜਾ ਨਾ ਦਿਸਦਾ ਹੋਵੇ ਉਸ ਨੂੰ ਕੀ ਕਹਿੰਦੇ ਹਨ? ਮੈਡਮ ਜੀ, ਜਿਸ ਵਿੱਚ ਕੱਪੜਾ ਨਾ ਦਿਸੇ ਉਸ ਨੂੰ ਬਾਗ ਕਹਿੰਦੇ ਹਨ।